ਅੰਬਰਸਰ ਦਾ ਮੁੰਡਾ ਐਸਾ ਦਿਲਾਂ ਤੇ ਛਾਇਆ ਏ ਕਿ ਕੋਈ ਕਲਾਕਾਰ ਨਹੀਂ ਐਸਾ ਜੋ ਉਹਦੇ ਸ਼ੋਅ ਤੇ ਨਹੀਂ ਆਇਆ ਏ। ਵਾਹ 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 ਲੱਸੀ ਤੁਸੀਂ ਲੱਸੀ ਵੀ ਹੁਣ ਵੀ ਮੈਂ ਆਪਣੇ ਸ਼ੋਅ ਦੇ ਵਿੱਚ ਜਦੋਂ ਕਿਤੇ ਕੋਈ ਇੰਪ੍ਰੋਮਪਟੂ ਗੱਲ ਕਰਨੀ ਹੁੰਦੀ ਨਾ ਸੋਚਦਾ ਮੈਂ ਪੰਜਾਬੀ 'ਚ ਹੀ ਆ। ਲੋਕੀ ਮੈਨੂੰ ਕਹਿੰਦੇ ਤੇਰੀ ਟਾਈਮਿੰਗ ਬੜੀ ਵਧੀਆ। ਮੈਂ ਕਿਹਾ ਹਲੇ ਤਾਂ ਮੈਂ ਟਰਾਂਸਲੇਟ ਕਰਦਾ। ਜੇ ਕਿਤੇ ਮੇਰੇ ਸੀਨੀਅਰ ਹੈ ਮਰਿੰਦਰ ਭਾਜੀ, ਮਤਲਬ ਉਹਨਾਂ ਦਾ ਕਾਲਜ ਅਲੱਗ ਸੀਗਾ। ਹਾਂਜੀ ਖਾਲਸਾ ਕਾਲਜ ਤੋਂ ਸੀਗੇ, ਮੈਂ ਦੂਸਰੇ ਕਾਲਜ ਤੋਂ ਸੀਗਾ, ਹਿੰਦੂ ਕਾਲਜ ਅੰਮ੍ਰਿਤਸਰ ਤੋਂ। ਤੇ ਹਾਂ ਉਹਨਾਂ ਦਾ ਕੰਟੈਂਟ ਬੜਾ ਵਧੀਆ ਹੁੰਦਾ, ਸੋ ਇੱਕ ਪ੍ਰਭਾਵ ਤੇ ਪੈਂਦਾ ਹੀ ਨਾ ਤੁਹਾਡੇ ਤੇ। ਯਾਰ ਭਾਜੀ ਦਾ ਕੰਟੈਂਟ ਬੜਾ ਸੋਹਣਾ ਹੁੰਦਾ, ਭਾਜੀ ਦੇ ਗਾਣੇ ਬੜੇ ਸੋਹਣੇ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਬਈ ਅੱਜ ਦੇ ਆਰਟਿਸਟ ਦੀ ਸ਼ੁਰੂਆਤ ਮੈਂ ਇੱਕ ਸ਼ਾਇਰੀ ਤੋਂ ਜ਼ਰੂਰ ਕਰਨੀ ਚਾਹੂੰਗਾ। ਇਰਸ਼ਾਦ ਕਿ ਉਹ ਐਸੀ ਸਾਡੇ ਹੱਸਣ ਦੀ ਖੁਰਾਕ ਬਣ ਗਿਆ ਏ ਕਿ ਉਹਨੂੰ ਚਾਹੁਣ ਵਾਲਾ ਹਰ ਵੱਡਾ ਛੋਟਾ ਤੇ ਹਰ ਜਵਾਕ ਬਣ ਗਿਆ ਏ। ਅੰਬਰਸਰ ਦਾ ਮੁੰਡਾ ਐਸਾ ਦਿਲਾਂ ਤੇ ਛਾਇਆ ਏ ਕਿ ਕੋਈ ਕਲਾਕਾਰ ਨਹੀਂ ਐਸਾ ਜੋ ਉਹਦੇ ਸ਼ੋਅ ਤੇ ਨਹੀਂ ਆਇਆ ਏ। ਅਸੀਂ ਕਰਦੇ ਸਾਰੇ ਪਿਆਰ ਉਹਨਾਂ ਨੂੰ ਇੰਨਾ ਕਿ ਸਾਡਾ ਹੁਣ ਉਹਨਾਂ ਬਿਨਾਂ ਨਹੀਂ ਸਰਨਾ। ਅੱਜ ਜੋ ਮੇਰੇ ਨਾਲ ਨੇ ਜੀ ਅੰਬਰਸਰ ਦਾ ਮੁੰਡਾ, ਦਾ ਫੇਸ ਆਫ ਪੰਜਾਬ, ਦਾ ਕਪਿਲ ਸ਼ਰਮਾ, ਐਂਡ ਆਲਸੋ ਸਾਡੇ ਨਾਲ ਜ਼ੂਈ ਗੈਟੋ ਫਿਲਮ ਦੀ ਡਾਇਰੈਕਟਰ ਐਂਡ ਰਾਈਟਰ ਐਂਡ ਦਾ ਐਕਟਰਸ ਆਫ ਦਾ ਫਿਲਮ ਵੀ ਮੌਜੂਦ ਨੇ, ਮਿਸ ਨੰਦਿਤਾ ਦਾਸ ਐਂਡ ਸ਼ਹਾਨਾ। Thank you. Guys, how are you? Very happy to be here. ਭਾਜੀ ਇਹ ਜ਼ੂਈ ਗੈਟੋ ਇੱਕ ਬਹੁਤ ਹੀ ਅਲੱਗ ਕਨਸੈਪਟ ਤੁਸੀਂ ਲੈ ਕੇ ਆਏ ਹੋ, ਹਨਾ ਜੀ। ਜਦੋਂ ਇਹ ਫਿਲਮ ਦਾ ਆਈਡੀਆ, ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗਾ, ਬੇਸਿਕਲੀ ਕੁਐਸਚਨ ਮੇਰਾ ਤੁਹਾਨੂੰ ਤਿੰਨਾਂ ਨੂੰ ਹੈ ਕਿ ਜਦੋਂ ਇਹ ਆਈਡੀਆ ਤੁਹਾਡੇ ਅੱਗੇ ਆਇਆ, ਲਾਈਕ ਤੁਸੀਂ ਕਿਆ ਇਹਦਾ ਫੀਲ ਕੀਤਾ ਸੀਗਾ? ਬਿਕੋਜ਼ ਇੱਕ ਨਾ ਪਿੱਛੇ ਪਿਕਚਰਸ ਵੀ ਕਾਫੀ ਵਾਇਰਲ ਹੁੰਦੀਆਂ ਜ਼ੋਮੈਟੋ ਬੋਏ ਦੀਆਂ, ਡਿਲੀਵਰੀ ਬੋਇਜ਼ ਦੀਆਂ, ਤਾਂ ਕਿਤੇ ਨਾ ਕਿਤੇ ਕਿਉਂਕਿ ਉਹਨਾਂ ਨੂੰ ਦੇਖ ਕੇ ਨਾ ਇੱਦਾਂ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਲਾਈਫ ਹੈ ਬਹੁਤ ਇੱਕ ਡਿਫਿਕਲਟ ਹੈ ਜਾਂ ਕੁਛ ਹੈ। ਤੇ ਇਹ ਕੁਐਸਚਨ ਹੈ ਕਿ ਇਹ ਪਲਾਨ ਕਿਵੇਂ ਇਹ ਬਣਿਆ ਤੁਹਾਡਾ बेसिकली? तो ये कोविड में सोचा था, जब हम लोग सब अपने घरों में थे। हमने ऐसी बहुत कहानियाँ पढ़ी भी, देखी भी टीवी पे कि कई लोग हमारी लाइफ को कन्वीनियंट और सहूलियत भरी बनाने के लिए बहुत काम करते हैं। कई बार हमें उनका ना नाम पता होता है, ना उनका गांव पता होता है, ना उनकी ज़िंदगी की कोई कहानी पता होती है, और हम अपनी दुनिया में रहते हैं। तो आई थिंक उस टाइम पे मुझे लगा कि ये जो सारे लोग, डिलीवरीज उस टाइम बहुत बढ़ गई थी, बाकी एम्प्लॉयमेंट बल्कि कम हो रहे थे। तो इनकी क्या जद्दोजहद रही होगी इस तरह की नौकरी करने में, इनके घर में क्या होता होगा। अगर आप देखेंगे ज़्यादातर न्यूज़पेपर से, टीवी चैनल से, हमारी फिल्मों से आम आदमी की कहानियाँ कम होती जा रही हैं। पहले एक रूरल पेज होता था न्यूज़पेपर में, टीवीज़ पे। उससे पहले के ज़माने की फिल्में अगर आप देखेंगे, कोई कूली की कहानी है, रिक्शा पुलर की कहानी है, मिल वर्कर की कहानी है। आजकल के हमारे हीरोज़, हम तभी आम आदमी पे जाते हैं जब कुछ बहुत ही सेंसेशनल या ड्रामेटिक होता है। उनकी एक्चुअल ज़िंदगी के बारे में बहुत कम कहानियाँ बन रही हैं। तो इसीलिए सोचा कि अच्छा होगा कि अगर हम इनकी सिर्फ 4 दिन की कहानी से कुछ एक बताएं कि क्या हो रहा है इनकी ज़िंदगी में, जिसमें हंसी खुशी भी होता है, स्ट्रगल भी होता है, रोमांस भी होता है, बच्चे कैसा फील करते हैं। बहुत लोग बहुत मेहनत करते हैं और अपने बच्चों को पढ़ाते हैं, और वही बच्चे थोड़ा एम्बेरस्ड भी फील करते हैं कि अरे अच्छा, हमारे फादर तो ड्राइवर है, हमारे फादर तो डिलीवरी बॉय है, हमारे फादर तो चपरासी है, किसी उसमें काम कर रहे हैं। तो ये एक अजीब सी सोसाइटी हमारी एक बड़ी ट्रांजिशन से जा रही है। ਐਂਡ ਆਈ ਥਿੰਕ ਇੱਥੋਂ ਇਹ ਵੀ ਚੀਜ਼ ਦਾ, ਜਿੰਨਾ ਕਿ ਮੈਂ ਟ੍ਰੇਲਰ ਥੋੜਾ ਆਬਜ਼ਰਵ ਕੀਤਾ, ਬਿਕਾਜ਼ ਇੱਥੋਂ ਇੱਕ ਚੀਜ਼ ਦਾ ਇਹ ਵੀ ਪਤਾ ਲੱਗਦਾ ਕਿ ਪੈਸਾ ਕਿਵੇਂ ਕਮਾਈਦਾ। ਲਾਈਕ ਜਿਹੜੇ ਡਿਲੀਵਰੀ ਬॉयਜ਼ ਹੁੰਦੇ ਆ ਉਹ ਕਿੰਨੀ ਮਿਹਨਤ ਕਰਦੇ ਆ, ਨਾ ਦਿਨ ਦੇਖਦੇ ਆ ਨਾ ਰਾਤ ਦੇਖਦੇ ਆ, रेटिंग कितनी मैटर करती है, रेटिंग कितनी मैटर करती है, हर चीज़ में आजकल मैटर करने लगी है। और हम लोग कभी कभी लेजी हो जाते हैं, अभी कहाँ ऐप में जाएंगे, अंदर जाएंगे, फिर उनको रेटिंग देंगे। पर अगर हमें पता चल जाए कि इसका असर उनकी ज़िंदगी पे कितना ज़्यादा अहम है, तो शायद हम इतना 10 सेकेंड का काम तो कर ही सकते हैं। ਐਂਡ ਭਾਜੀ ਪਲੀਜ਼ ਤੁਸੀਂ ਦੱਸੋ ਵੀ ਤੁਹਾਡਾ ਇਹ ਫਿਲਮ ਨਾਲ ਕਿਵੇਂ, ਮਤਲਬ ਕਿ ਇਹ ਜਿਹਾ ਕਨਸੈਪਟ ਤੁਸੀਂ ਕਿਉਂ ਚੂਜ਼ ਕੀਤਾ ਕਿ इनको कोई चॉइस दी नहीं गई थी वैसे। ਬੇਸਿਕਲੀ ਉਹੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕਾਂ ਨੂੰ ਇਹ ਸ਼ਾਇਦ ਲੱਗੇਗਾ ਕਿ ਇਹ ਕੁਝ ਅਲੱਗ ਥਾਟ ਲੈ ਕੇ ਆਇਆ, ਪਰ ਮੇਰੇ ਲਈ ਇਹ ਮੈਨੂੰ ਲੱਗਦਾ ਕਿ ਇਹ ਬੜੇ ਹਰ ਇੱਕ ਆਮ ਆਦਮੀ ਦੀ ਕਹਾਣੀ ਹੈ ਜੋ ਵੀ ਆਪਣੀ ਲਾਈਫ ਵਿੱਚ ਆਪਣੇ ਪਰਿਵਾਰ ਨੂੰ ਸਰਵਾਈਵਲ ਲਈ ਸਟਰਗਲ ਕਰ ਰਿਹਾ। ਪੈਂਡੈਮਿਕ ਦੇ ਵਿੱਚ ਯੂਨੀਵਰਸਲੀ ਇਹ ਚੀਜ਼ ਹੋਈ, ਔਰ ਲੋਕਾਂ ਦੀਆਂ ਨੌਕਰੀਆਂ ਵੀ ਗਈਆਂ, ਹੈ ਨਾ। ਅਸੀਂ ਬੜੇ ਬਲੈਸਡ ਹਾਂ ਕਿ ਹੈ ਨਾ ਸਾਡੇ ਕੋਲ ਸੇਵਿੰਗਸ ਸੀਗੀਆਂ ਅੱਛੀਆਂ, ਅਸੀਂ ਬੈਠੇ ਘਰ ਬੈ ਕੇ ਖਾ ਰਹੇ ਹਾਂ ਆਰਾਮ ਨਾਲ, ਕੋਈ ਟੈਨਸ਼ਨ ਨਹੀਂ ਸੀਗੀ। ਪਰ ਉਦੋਂ ਕਿੰਨੇ ਇੱਦਾਂ ਦੇ ਕਿੱਸੇ ਸਾਹਮਣੇ ਆਏ। ਹਿਊਮਨ ਅਸੀਂ ਇੰਨੇ ਕੁ ਕਈ ਵਾਰੀ ਥੈਂਕਲੈਸ ਹੋ ਜਾਂਦੇ ਹਾਂ, ਇੰਨਾ ਫੋਰ ਗ੍ਰਾਂਟਡ ਲੈ ਲੈਂਦੇ ਚੀਜ਼ਾਂ ਨੂੰ। ਮੈਨੂੰ ਲੱਗਦਾ ਕਈ ਸਾਲ ਤੱਕ ਤੇ ਅਸੀਂ ਮਾਂ ਨੂੰ ਹੀ ਨਹੀਂ ਆਪਣੀ ਨੂੰ ਨੋਟਿਸ ਕਰਦੇ ਕਿ ਉਹ ਸਾਡੇ ਲਈ ਕਿੰਨਾ ਕੁਛ ਕਰ ਰਹੀ ਹੈ। ਕਦੀ ਲੋਕੀ ਕਹਿੰਦੇ ਨਾ ਤੁਸੀਂ ਬੜੀ ਮਿਹਨਤ ਕੀਤੀ। ਮੈਂ ਕਿਹਾ ਯਾਰ ਮੈਂ ਜਦੋਂ ਉੱਠ ਕੇ ਜਾਂਦਾ ਸੀ ਨਾ ਕਾਲਜ,
ਜਦੋਂ ਥੀਏਟਰ ਕਰਾਉਣ ਜਾਈਦਾ ਸੀ ਅੰਮ੍ਰਿਤਸਰੋਂ ਜਲੰਧਰ ਦੀ ਟ੍ਰੇਨ ਫੜਨੀ ਸਵੇਰੇ 6 ਵਜੇ ਦੀ, ਤੇ ਮੇਰੀ ਮਾਂ 4 ਵਜੇ ਉੱਠਦੀ ਹੁੰਦੀ ਸੀ ਕਿਉਂਕਿ ਉਹਨੇ ਗਰਮ ਪਾਣੀ ਕਰਨਾ, ਸਰਦੀਆਂ 'ਚ ਯੂਥ ਫੈਸਟੀਵਲ ਹੁੰਦਾ ਸੀਗਾ। ਤੇ ਉਹ ਛੋਟੀਆਂ ਚੀਜ਼ਾਂ ਉਹ ਉਮਰ ਦੇ ਹਿਸਾਬ ਨਾਲ ਪੱਲੇ ਪੈਂਦੀਆਂ। ਬਚਪਨ 'ਚ ਇਦਾਂ ਲੱਗਦਾ ਉਹ ਤਾਂ ਮਾਂ ਹੈਗੀ ਹੈ, ਇਹਨੇ ਤਾਂ ਕਰਨਾ ਹੀ ਹੈ। ਪਰ ਜਦੋਂ ਥੋੜਾ ਜਿਹਾ ਜ਼ਿੰਦਗੀ ਦੀ ਸਮਝ ਆਉਣੀ ਸ਼ੁਰੂ ਹੁੰਦੀ ਹੈ, ਔਰ ਬੜੀਆਂ ਛੋਟੀਆਂ ਚੀਜ਼ਾਂ। ਸੋ ਇਹ ਫਿਲਮ ਵੇਖ ਕੇ ਮੈਨੂੰ ਲੱਗਦਾ ਕਿ ਸ਼ਾਇਦ ਲੋਕੀ ਨੋਟਿਸ ਕਰਨਗੇ ਯਾਰ ਵੀ ਸਾਡੀ ਜ਼ਿੰਦਗੀ ਜੋ ਵੀ ਅਸੀਂ ਚੰਗੀ ਸਮੂਥਲੀ ਚੱਲ ਰਹੀ ਹੈ ਉਹ ਸਿਰਫ ਸਾਡਾ ਹੀ ਨਹੀਂ ਹੈ, ਉਹਦੇ ਬੜੇ ਲੋਕਾਂ ਦਾ ਹੱਥ ਹੈ ਨਾ। ਜੇ ਕੋਈ ਸਬਜ਼ੀ ਵਾਲਾ ਸਾਡੇ ਘਰ ਸਬਜ਼ੀ ਦੇ ਕੇ ਜਾਂਦਾ, ਜਾਂ ਕੋਈ ਵੀ ਛੋਟੀਆਂ ਚੀਜ਼ਾਂ ਵੀ ਕਹਿ ਲਓ। ਸੋ ਅਗਰ ਅਸੀਂ ਉਹਨਾਂ ਨੂੰ ਜ਼ਿਆਦਾ ਨਹੀਂ ਤੇ ਇੱਕ ਪਿਆਰ ਨਾਲ ਥੈਂਕ ਯੂ ਕਦੀ ਕਹਿ ਲਈਏ, ਹਾਲ ਚਾਲ ਪੁੱਛ ਲਈਏ, ਕਿੱਦਾਂ ਬੱਚੇ, ਕਿੱਦਾਂ ਤੇ ਘਰ ਕਿੱਦਾਂ, ਉਹ ਇੰਨੇ 'ਚ ਖੁਸ਼ ਹੋ ਜਾਂਦਾ। ਉਹ ਤੁਹਾਡੇ ਕੋਲ ਕੁਝ ਜ਼ਿਆਦਾ ਮੰਗਦਾ ਹੀ ਨਹੀਂ, ਉਹ ਤਾਂ ਮਿਹਨਤ ਕਰ ਹੀ ਰਿਹਾ ਆਪਣੇ ਪਰਿਵਾਰ ਵਾਸਤੇ। ਬਿਲਕੁਲ। ਸੋ ਇਹ ਖੂਬਸੂਰਤੀ ਹੈ ਇਸ ਫਿਲਮ ਦੀ, ਬੜੀ ਆਪਣੀ ਜੀ ਲੱਗੀ ਹੈ ਫਿਲਮ। ਲੱਗਾ ਕਿ ਜਿੱਦਾਂ ਸਟੋਰੀ ਮੈਂ ਸੁਣੀ ਹੋਈ ਕਿਤੇ ਮੇਰੀ ਹੈਗੀ ਹੈ। ਤੇ ਬਸ ਨੰਦਿਤਾ ਮੈਮ, ਮੈਂ ਬੜਾ ਗ੍ਰੇਟਫੁਲ ਰੱਬ ਦਾ ਕਿ ਇੰਨੀ ਕਮਾਲ ਦੀ ਡਾਇਰੈਕਟਰ ਜਿਨ੍ਹਾਂ ਨੂੰ ਮੈਂ ਲਾਈਫ 'ਚ ਨਹੀਂ ਸੀ ਕਦੇ ਸੋਚਿਆ ਪਤਾ ਕਿ ਮੈਨੂੰ ਕੋਈ ਫਿਲਮ ਆਫਰ ਕਰਨਗੇ। मैंने भी नहीं सोचा था कि आपके साथ कभी काम करूंगा। ਇਹਦੇ 'ਚ ਇੱਕ ਚੀਜ਼ ਹੋਰ ਵੀ ਹੈ ਕਿ ਇੱਕੋ ਲੋਕੇਸ਼ਨ ਤੇ ਆਈ ਥਿੰਕ ਸ਼ੂਟ ਹੋਈ ਹੈ ਨਾ, ਜਿਵੇਂ ਰੋਂਗਲੀ ਭੁਵਨੇਸ਼ਵਰ 'ਚ, भुवनेश्वर में, हाँ उड़ीसा। ਉਹੀ ਸਿਟੀ ਕਿਉਂ? ਬਿਕੋਜ਼ ਇਹ ਕਹਾਣੀ ਤਾਂ ਕਿਤੇ ਦੀ ਵੀ है। हाँ कहीं भी हो सकती थी, मुझे एक सिर्फ 2 टायर सिटी में शूट करना था, मेट्रो में नहीं शूट करना था, तो ये कहीं भी हो सकती, चंडीगढ़ में भी हो सकती थी। लेकिन मैं उड़ीसा की हूँ और पूरी ज़िंदगी मुझे लोगों ने सोचा है, समझा है कि मैं बंगाली हूँ, क्योंकि लोगों को उड़ीसा के बारे में कुछ पता ही नहीं है। उड़ीसा की भाषा क्या है, मैं अगर आपसे पूछूं क्या है बताइए? नहीं पता। वही ना, तो इसलिए उड़ीसा के बारे में किसी को कुछ पता ही नहीं, क्या खाते हैं नहीं पता है, वो भाषा कैसी सुनाई देती है वो नहीं पता है। तो मुझे लगा क्यों नहीं, जैसे हमने भी पंजाब के बारे में फिल्मों के थ्रू ज्यादा जाना है। ये पहली बार जैसे चंडीगढ़ आ रही हैं, पंजाब आ रही हैं, तो इनको पर पंजाब के बारे में बहुत पता होगा वैसे। ਪੰਜਾਬ ਤੋਂ ਯਾਦ ਆਇਆ ਭਾਈ, ਹੁਣ ਪੰਜਾਬ में कुछ खोया पोया ਹੈਗਾ ਇਹਨਾਂ ਨੂੰ ਕਿ ਨਹੀਂ? ਆਏ ਨੇ, ਅੱਜ ਫਸਟ ਡੇ ਹੈ ਚੰਡੀਗੜ੍ਹ 'ਚ, ਅੱਜ ਅੰਮ੍ਰਿਤਸਰ ਲੈ ਕੇ ਜਾਣਾ ਉਹਨਾਂ ਨੂੰ। अभी कल जाएंगे, कल अमृतसर ਕੁਲਚੇ ਛੋਲੇ ਖਵਾਇਓ ਜ਼ਰੂਰ। ਅੰਮ੍ਰਿਤਸਰ ਦੀਆਂ ਹਾਂ ਬੜੀਆਂ ਚੀਜ਼ਾਂ। ਲੱਸੀ ਤੁਸੀਂ ऐसे ही बोलते हैं ना, लस्सी वस्सी। ਹਾਂ ਬਹੁਤ ਸਾਰੀਆਂ ਚੀਜ਼ਾਂ। ਐਂ ਸ਼ਹਾਨਾ ਪਲੀਜ਼, ਤੁਸੀਂ ਤੁਹਾਡਾ ਇਹ ਫਿਲਮ ਨਾਲ ਮੈਨੂੰ ਕਿਵੇਂ ਜੁੜਨਾ ਬਣਿਆ, ਕਿਵੇਂ ਪਲਾਨ ਹੋਇਆ ਕਿ ਹਾਂ ਵੀ? मतलब ये मेरे लिए भी बहुत बड़ी बात थी टू वर्क विद नंदिता अगेन। उनके साथ पहले काम किया है मैंने फिराक में, लेकिन यहाँ इस रोल में फिर कपिल के साथ काम करना, और ये कहानी जैसे हम बोल रहे हैं ना, ये कहानी एक्चुअली एक क्लीशे बन गया है, लेकिन इस फिल्म में भी कहानी हीरो है एक्चुअली। कहानी इतनी खूबसूरती से, इतनी सादगी से बोली गई, आप देखेंगे पूरी फिल्म और आपको फिल्म के आखिर में लगेगा है दिल को छू गई। तो उसकी ये जो खासियत है, ये जो क्वालिटी है, ये आजकल हमें कम देखने को मिलती है, तो उसका एक हिस्सा होना आई थिंक वाज अ बिग पुल। ਲੁਕਿੰਗ ਫੋਰਵਰਡ ਟੂ ਇਟ। थैंक यू सो ਐਂਡ मच। ਭਾਈ ਤੁਸੀਂ ਪੰਜਾਬ ਆਏ ਹੋ, ਲਾਈਕ ਇੱਕ ਨਾ ਮੇਰੇ ਦਿਲ 'ਚ ਹਮੇਸ਼ਾ ਤੋਂ ਕੁਐਸਚਨ ਸੀਗਾ ਕਿ ਤੁਸੀਂ ਬਾਲੀਵੁੱਡ 'ਚ ਹੈ ਨਾ ਕੰਮ ਸੋਹਣਾ ਕਰ ਰਹੇ ਹੋ, ਕਰਦੇ ਹੋ, ਤੇ ਪੰਜਾਬ 'ਚ ਮਤਲਬ ਕੋਈ ਮੂਵੀ ਸ਼ੂਵੀ ਦਾ ਪਲਾਨ ਕੀਤਾ ਹੈ ਕਿ ਜਾਂ ਹਜੇ? ਭਾਜੀ ਮੈਂ ਵਿੱਚ ਜੇ ਇੱਕ ਪੰਜਾਬੀ ਮੂਵੀ ਪ੍ਰੋਡਿਊਸ ਕੀਤੀ ਸੀਗੀ, ਸਨ ਆਫ ਮਨਜੀਤ ਸਿੰਘ। Son of Manjeet Singh। ਬਟ ਐਜ਼ ਐਨ ਐਕਟਰ? ਹਾਂ ਐਜ਼ ਐਨ ਐਕਟਰ ਵੀ ਭਾਜੀ ਕਰਨਾ ਚਾਹੂੰਗਾ। ਮੈਨੂੰ ਇਦਾਂ ਲੱਗਦਾ ਕਿ ਜੇ ਮੈਂ ਕਦੀ ਪੰਜਾਬੀ ਮੂਵੀ ਕਰਾਂਗਾ ਨਾ ਤੇ ਮੇਰੇ ਲਈ ਹੋਰ ਆਸਾਨ ਹੋਊਗਾ, ਕਿਉਂਕਿ ਮੇਰੀ ਲੈਂਗੁਏਜ ਹੈ ਉਹ, ਹੈ ਨਾ। ਹੁਣ ਵੀ ਮੈਂ ਆਪਣੇ ਸ਼ੋਅ ਦੇ ਵਿੱਚ ਜਦੋਂ ਕਿਤੇ ਕੋਈ ਇੰਪ੍ਰੋਮਪਟੂ ਗੱਲ ਕਰਨੀ ਹੁੰਦੀ ਨਾ, ਸੋਚਦਾ ਮੈਂ ਪੰਜਾਬੀ 'ਚ ਹੀ ਹਾਂ। ਲੋਕੀ ਮੈਨੂੰ ਕਹਿੰਦੇ ਤੇਰੀ ਟਾਈਮਿੰਗ ਬੜੀ ਵਧੀਆ। ਮੈਂ ਕਿਹਾ ਹਲੇ ਤਾਂ ਮੈਂ ਟਰਾਂਸਲੇਟ ਕਰਦਾ, ਜੇ ਕਿਤੇ ਸਿੱਧੀ ਪੰਜਾਬੀ ਜਾ ਜਾਵੇ ਤੁਸੀਂ ਆਪਣੀ ਲੈਂਗੁਏਜ ਆਬਵੀਅਸਲੀ। ਬਿਕਾਜ਼ ਤੁਸੀਂ ਇੱਕ ਇੰਟਰਵਿਊ 'ਚ ਕਿਹਾ ਸੀਗਾ ਨਾ ਅਮਰਿੰਦਰ ਗਿੱਲ ਭਾਈ ਨਾਲ ਤੁਹਾਡਾ ਮਤਲਬ ਕਿ ਬਹੁਤ ਪੁਰਾਣਾ ਵਿਆਹ ਹੈ। ਹਾਂਜੀ ਹਾਂਜੀ, ਕਾਲਜ ਦੇ ਟਾਈਮ। ਉਹ ਵੀ ਜਦੋਂ ਮੂਵੀ ਕਰਦੇ ਆ ਤਾਂ ਬਹੁਤ ਸਿਲੈਕਟਿਡ ਮੂਵੀਜ਼ ਕਰਦੇ ਆ। ਜੀ ਜੀ ਜੀ। ਤਾਂ ਤੁਹਾਡਾ ਕਿਤੇ ਕੁਝ ਐਦਾਂ ਦੇ ਆਰਟਿਸਟ ਨਾਲ ਕੁਝ ਹੋਈ ਹੈ ਪਲੈਨਿੰਗ, ਜਾਂ ਹਜੇ ਬਣੀ ਹੈ ਕਿ ਨਹੀਂ? ਬਿਲਕੁਲ। ਮੈਂ ਜਿੱਦਾਂ ਤੁਸੀਂ ਸਿੱਖਦੇ ਹੋ ਨਾ, ਆਪਣੇ ਮੇਰੇ ਸੀਨੀਅਰ ਹੈ ਅਮਰਿੰਦਰ ਭਾਜੀ, ਮਤਲਬ ਉਹਨਾਂ ਦਾ ਕਾਲਜ ਅਲੱਗ ਸੀਗਾ। ਹਾਂਜੀ ਹਾਂਜੀ। ਖਾਲਸਾ ਕਾਲਜ ਤੋਂ ਸੀਗੇ, ਮੈਂ ਦੂਸਰੇ ਕਾਲਜ ਤੋਂ ਸੀਗਾ, ਹਿੰਦੂ ਕਾਲਜ ਅੰਮ੍ਰਿਤਸਰ ਤੋਂ। ਤੇ ਹਾਂ ਉਹਨਾਂ ਦਾ ਕੰਟੈਂਟ ਬੜਾ ਵਧੀਆ ਹੁੰਦਾ, ਸੋ ਇੱਕ ਪ੍ਰਭਾਵ ਤੇ ਪੈਂਦਾ ਹੀ ਨਾ ਤੁਹਾਡੇ ਤੇ ਕਿ ਯਾਰ ਭਾਜੀ ਦਾ ਕੰਟੈਂਟ ਬੜਾ ਸੋਹਣਾ ਹੁੰਦਾ, ਭਾਜੀ ਦੇ ਗਾਣੇ ਬੜੇ ਸੋਹਣੇ ਹੁੰਦੇ ਆ। ਸੋ ਹਾਂ ਬਿਲਕੁਲ, ਮੇਰੀ ਵੀ ਇਹੀ ਕੋਸ਼ਿਸ਼ ਹੈ ਕਿ ਕੁਝ ਅੱਛੇ ਹੀ ਸਬਜੈਕਟ ਕਰਾਂ। ਸਿਰਫ ਫਿਲਮਾਂ ਕਰਨੀਆਂ, ਪੈਸੇ ਲਈ ਨਹੀਂ ਕੰਮ ਕਰਨਾ। ਵੀ ਪੈਸੇ ਲਈ ਮੈਂ ਹੋਰ ਦੁਕਾਨਾਂ ਖੁੱਲੀਆਂ ਹੋਈਆਂ ਇੱਧਰ ਉੱਧਰ ਨਾ, ਥੋੜਾ ਠੀਕ ਹੈ। ਸ਼ੋਅ ਦਾ ਕੰਮ ਵਧੀਆ ਚੱਲ ਰਿਹਾ ਆਪਣਾ। ਹੋਰ ਵੀ ਮੈਂ ਬੜੇ ਕੰਮ ਕਰਦਾ, ਇਹ ਮੈਂ ਦੱਸਦਾ ਨਹੀਂ ਕਿਸੇ ਨੂੰ। ਠੀਕ ਹੈ। ਆਈ ਥਿੰਕ ਆਪਣੇ ਕੋਲ ਨਾ ਟਾਈਮ ਥੋੜਾ, ਉਧਰੋਂ ਇਸ਼ਾਰੇ ਨਾਲ ਲੱਗ ਕੇ ਏਦਾਂ ਗੱਲ ਤੇ ਬੜੀ ਲੰਬੀ ਕਰਨੀ ਸੀਗੀ, ਬਟ ਚਲੋ ਬਹੁਤ ਵੇਟ ਹੈ ਸਾਨੂੰ ਇਸ ਮੂਵੀ ਦੀ। ਸੋ ਥੈਂਕ ਯੂ ਸੋ ਮਚ ਸਾਨੂੰ ਆਪਣਾ ਟਾਈਮ ਦੇਣ ਵਾਸਤੇ। ਐਂਡ ਲਾਸਟ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਫਿਲਮ ਆਈ ਥਿੰਕ ਇਹ ਤੁਹਾਨੂੰ ਸਾਰਿਆਂ ਨੂੰ ਇਹ ਮੂਵੀ ਬਹੁਤ ਪਸੰਦ ਆਏਗੀ, ਬਿਕਾਜ਼ ਟ੍ਰੇਲਰ ਇੱਕ ਬੜਾ ਹੀ ਟੱਚੀ ਹੈ, ਤੇ ਆਪਾਂ ਸਾਰੇ ਇਹ ਫਿਲਮ ਜ਼ਰੂਰ ਦੇਖਣ ਜਾਵਾਂਗੇ। ਸੋ ਥੈਂਕ ਯੂ ਸੋ ਮਚ। ਤੇ ਸੋ ਦਿਸ ਇਜ਼ ਸਾਹਿਲ ਐਂਡ ਤੁਸੀਂ ਦੇਖਦੇ ਰਹੋ ਨਿਊਜ਼ 18 ਪੰਜਾਬ। ਥੈਂਕ ਯੂ ਸਾਹਿਲ, ਥੈਂਕ ਯੂ।